ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਪ੍ਰਿਥੀਆ ਆਪਣੀ ਪਤਨੀ ਪਾਸ ਬੈਠ ਕੇ ਬੜੇ ਸੁੱਖ ਆਰਾਮ ਨਾਲ ਆਪਣੀ ਵਡਿਆਈ ਕਰ ਰਿਹਾ ਸੀ। ਗੁਰੂ ਅਰਜਨ ਦੇਵ ਜੀ ਮੇਰੀ ਪਦਵੀ ਸਿਰ 'ਤੇ ਧਾਰ ਕੇ ਗੁਰੂ ਕਹਾਉਂਦੇ ਹਨ, ਕਿਸ ਤਰ੍ਹਾਂ ਮੇਰੇ ਸਿੱਖ ਉਹਨਾਂ ਦੇ ਅੱਗੇ ਜਾ ਕੇ ਸਿਰ ਨਿਵਾਉਣਗੇ। ਜਿਹੜਾ ਤਾਂ ਕੋਈ ਚੰਗੀ ਮੱਤ ਵਾਲਾ ਸਿੱਖ ਹੈ ਉਹ ਮੈਨੂੰ ਹੀ ਮੰਨਦਾ ਹੈ। ਮੇਰੀ ਕਰਾਮਾਤ ਦੇਖ ਕੇ ਭੇਟਾਂ ਲਿਆਉਂਦੇ ਹਨ, ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ ਅਤੇ ਸੁਣਾ ਕੇ ਕਹਿੰਦੇ ਹਨ, ਫਲਾਣੇ ਥਾਂ ਜਦ ਮੁਸ਼ਕਲ ਬਣੀ ਸੀ ਤਾਂ ਉੱਥੇ ਸਹਾਈ ਹੋਏ ਸੀ। ਇਸ ਤਰ੍ਹਾਂ ਸੁਣ ਕੇ ਕਰਮੋਂ ਖਿੱਝ ਗਈ ਤੇ ਬੋਲੀ, ਆਪਣੀ ਕੀ ਵਡਿਆਈ ਕਰਦੇ ਹੋ? ਜਿਹੜਾ ਇੱਕ ਕੰਡਾ ਛਾਤੀ ਵਿੱਚ ਠੁਕਿਆ ਹੈ ਉਹ ਤਾਂ ਤੁਹਾਡੇ ਕੋਲੋਂ ਹਾਲੇ ਤੱਕ ਕੱਢਿਆ ਨਹੀਂ ਗਿਆ। ਅਨੇਕ ਯਤਨ ਕਰ ਚੁੱਕੇ ਹੋ ਪਰ ਸਭ ਬੇਕਾਰ ਗਏ ਹਨ। ਇੰਨੇ ਵੱਡੇ ਸੰਕਟ ਨੂੰ ਦੇਖਦੇ ਨਹੀਂ, ਉਹ ਨਿੱਤ ਵੱਡਾ ਹੁੰਦਾ ਜਾਂਦਾ ਹੈ। ਪਹਿਲਾਂ ਤੁਸੀਂ ਬਚਨ ਕੀਤਾ ਸੀ ਕਿ ਪੁੱਤਰ ਪੈਦਾ ਨਹੀਂ ਹੋਵੇਗਾ। ਤੁਹਾਡਾ ਬਚਨ ਝੂਠਾ ਰਿਹਾ, ਕੋਈ ਵੀ ਪੂਰਾ ਨਹੀਂ ਹੋਇਆ। ਹੁਣ ਤੱਕ ਆਨੰਦ ਕਰਦੇ ਹਨ। ਗੁਰਤਾ ਸਾਡੇ ਪਾਸ ਆਏਗੀ, ਸੋ ਵੀ ਨਹੀਂ ਹੋਇਆ। ਚਾਹੁੰਦੇ ਸੀ ਮਰ ਜਾਵੇਗਾ, ਉਹ ਵੀ ਵਾਕ ਝੂਠਾ ਨਿਕਲਿਆ ਹੈ। ਯਤਨ ਕਰਕੇ ਦਾਈ ਨੂੰ ਭੇਜਿਆ ਸੀ, ਉਹ ਵੀ ਵਿਅਰਥ ਗਿਆ। ਉਸ ਦਾਈ ਦੇ ਹੀ ਪ੍ਰਾਣਾਂ ਦਾ ਨਾਸ਼ ਹੋ ਗਿਆ ਤੇ ਬਾਲਕ ਆਨੰਦ ਵਿੱਚ ਰਿਹਾ। ਫਿਰ ਸੱਪ ਦੇ ਡਰ ਤੋਂ ਵੀ ਜਿਉਂਦਾ ਰਿਹਾ। ਪ੍ਰਲਬਧ ਦੇ ਵੇਗ ਨਾਲ ਉਹ ਸੱਪ ਹੀ ਮਾਰਿਆ ਗਿਆ। ਜਦ ਸੀਤਲਾ ਨਿਕਲੀ ਸੀ ਤਾਂ ਤੁਸੀਂ ਕਿਹਾ ਸੀ ਕਿ ਇਸ ਦੇ ਪ੍ਰਾਣਾਂ ਦਾ ਨਾਸ਼ ਹੋ ਜਾਏਗਾ, ਪਰ ਉਸ ਦੇ ਸਾਰੇ ਅੰਗ ਸੁੰਦਰ ਰਹੇ ਹਨ, ਕੋਈ ਵਿਗਾੜ ਨਹੀਂ ਹੋਇਆ ਹੈ। ਇਹ ਸਾਰੇ ਤੁਹਾਡੇ ਸ਼ੁਭ ਵਚਨ ਸਨ, ਕੋਈ ਵੀ ਸੱਚਾ ਨਾ ਹੋਇਆ। ਜਿਸ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਉਹ ਰੋਗ ਰਹਿਤ ਜੀ ਰਿਹਾ ਹੈ। ਜਿਸ ਦੀ ਚਿੰਤਾ ਦਿਨ ਰਾਤ ਮੇਰੇ ਮਨ ਵਿੱਚ ਵਸਦੀ ਹੈ ਅਤੇ ਜਿਸ ਕਰਕੇ ਮੇਰੀ ਛਾਤੀ ਧੂਣੀ ਵਾਂਗ ਧੁਖਦੀ ਹੈ। ਜਿਹੜੀ ਦੁਸ਼ਮਣ ਨੂੰ ਮਰਿਆ ਵੇਖਣਾ ਚਾਹੁੰਦੀ ਹੈ। ਆਪਣੀ ਝੂਠੀ ਵਡਿਆਈ ਆਪ ਹੀ ਕਿਵੇਂ ਸੁਣਾਉਂਦੇ ਹੋ, ਜਿਸ ਕਾਰਨ ਸਾਰੀ ਕੁੱਲ ਦੁਖੀ ਹੋਵੇਗੀ। ਉਹ ਗੱਲ ਤੁਹਾਡੇ ਚਿੱਤ ਵਿੱਚ ਨਹੀਂ ਆਉਂਦੀ ਹੈ। ਇਹ ਸੁਣ ਕੇ ਪ੍ਰਿਥੀਆ ਨੇ ਬਹੁਤ ਪ੍ਰਕਾਰ ਧੀਰਜ ਦੇ ਕੇ ਸਮਝਾਇਆ। ਉਹਨਾਂ ਦੇ ਪੁੱਤਰ ਦੇ ਪ੍ਰਾਣ ਬਹੁਤ ਉਪਾਅ ਕਰਨ ਨਾਲ ਬਚੇ ਹਨ। ਮਾਤਾ ਗੰਗਾ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਵਡਿਆਈ ਕੀਤੀ ਹੈ ਅਤੇ ਬੇਅੰਤ ਦਾਨ ਦੇ ਕੇ ਮੇਰੇ ਬਚਨ ਨੂੰ ਨਿਸਫਲ ਕਰ ਦਿੱਤਾ ਹੈ। ਫਿਰ ਵੀ ਮੇਰੇ ਬਚਨ ਸੁਣੋ। ਤੂੰ ਜੋ ਉਸ ਦਾ ਨਾਸ਼ ਚਾਹੁੰਦੀ ਹੈ ਸੋ ਕਾਰਜ ਵੀ ਮੈਂ ਕਰਾਂਗਾ ਤੇ ਉਸ ਦੇ ਪ੍ਰਾਣ ਨਹੀਂ ਬਚਣਗੇ। ਪਹਿਲੇ ਸਾਰੇ ਯਤਨ ਬੇਕਾਰ ਗਏ, ਇਹ ਯਤਨ ਵਿਅਰਥ ਨਹੀਂ ਜਾਏਗਾ। ਉਹ ਜਮਾਂ ਦੇ ਘਰ ਚਲਾ ਜਾਵੇਗਾ ਅਤੇ ਤੈਨੂੰ ਬਹੁਤ ਖੁਸ਼ੀ ਹੋਏਗੀ। ਇਸ ਵੰਸ਼ ਦਾ ਕੰਡਾ ਮੈਂ ਪੁੱਟ ਦਿਆਂਗਾ ਅਤੇ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਆਪਣੀ ਪੂਜਾ ਕਰਵਾਵਾਂਗਾ। ਇਹ ਗੁਰਤਾ ਬੇਦੀ ਤ੍ਰੇਹਣ ਅਤੇ ਭੱਲਿਆਂ ਵਿੱਚ ਨਹੀਂ, ਇਹ ਸੋਢੀਆਂ ਵਿੱਚ ਸਾਡੇ ਤਿੰਨਾਂ ਵਿੱਚ ਰਹੇਗੀ। ਮਹਾਦੇਵ ਜੀ ਨੂੰ ਇਸ ਗੁਰਤਾ ਦੀ ਭੋਰਾ ਵੀ ਚਾਹਤ ਨਹੀਂ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਪੁੱਤਰ ਬਗੈਰ ਹੋ ਕੇ ਬਹੁਤ ਦੁਖੀ ਹੋਣਗੇ। ਉਮਰ ਬੀਤਣ ਨਾਲ ਤਾਂ ਨਸ਼ਟ ਹੋ ਜਾਂਦਾ ਹੈ। ਇੱਥੇ ਕਿਸੇ ਨੇ ਵੀ ਸਥਾਈ ਤੌਰ 'ਤੇ ਨਹੀਂ ਰਹਿਣਾ। ਫਿਰ ਅਸੀਂ ਗੁਰੂ ਹੋਵਾਂਗੇ, ਹੋਰ ਦੂਸਰਾ ਕੋਈ ਨਹੀਂ ਹੋਵੇਗਾ। ਚਿੰਤਾ ਨੂੰ ਛੱਡੋ, ਖੁਸ਼ ਰਹੋ ਅਤੇ ਮੇਰੇ ਬਚਨਾਂ ਨੂੰ ਸੱਚੇ ਜਾਣੋ। ਜ਼ਹਿਰ ਦੇ ਕੇ ਬਾਲਕ ਨੂੰ ਸਭ ਦੇ ਸਾਹਮਣੇ ਮਾਰ ਦਿਆਂਗਾ। ਸ਼੍ਰੀ ਹਰਗੋਬਿੰਦ ਦਾ ਇੱਕ ਖਿਡਾਵਾ ਬ੍ਰਾਹਮਣ ਹੈ, ਉਸ ਨੂੰ ਧਨ ਦੇ ਕੇ ਲਾਲਚ ਦਿਆਂਗਾ। ਇਹ ਮੇਰਾ ਬਚਨ ਮੰਨੋ। ਇਹ ਸੁਣ ਕੇ ਕਰਮੋਂ ਨੇ ਇਹ ਸਮਝ ਲਿਆ ਕਿ ਬੱਚਾ ਮਾਰਿਆ ਜਾਵੇਗਾ। ਹਿਰਦੇ ਵਿੱਚ ਚਿਰਾਂ ਦਾ ਚੁਭਿਆ ਕੰਡਾ ਨਿਕਲ ਜਾਵੇਗਾ। ਮਹਾਨ ਚਿੰਤਾ ਨੂੰ ਦੂਰ ਕਰਕੇ ਬਹੁਤ ਪ੍ਰਸੰਨ ਹੋ ਗਈ। ਇਹ ਜਾਣਿਆ ਕਿ ਸ਼੍ਰੀ ਹਰਗੋਬਿੰਦ ਜੀ ਨੂੰ ਮਾਰਨ ਦਾ ਕਾਰਜ ਹੋ ਗਿਆ ਹੈ। ਇੱਕ ਦੋ ਦਿਨ ਜਦ ਬੀਤ ਗਏ ਤਾਂ ਜਦ ਕੁਝ ਮੌਕਾ ਪਾਇਆ, ਜਦ ਰਾਤ ਪਈ ਤਾਂ ਇੱਕ ਨੌਕਰ ਨੂੰ ਭੇਜ ਕੇ ਉਹਨਾਂ ਨੇ ਬ੍ਰਾਹਮਣ ਨੂੰ ਬੁਲਾਇਆ। ਬੜੇ ਮਿੱਠੇ ਵਚਨ ਬੋਲ ਕੇ ਉਸ ਦਾ ਬਹੁਤ ਸਨਮਾਨ ਕਰਕੇ ਪਾਸ ਬਿਠਾਇਆ ਅਤੇ ਕਿਹਾ, ਤੁਹਾਡਾ ਬੜਾ ਸ਼ੁਭ ਸੁਭਾਅ ਹੈ। ਸਾਡੇ ਦਿਲ ਨੂੰ ਇਹ ਬਹੁਤ ਚੰਗਾ ਲੱਗਾ ਹੈ। ਅਸੀਂ ਰੋਜ਼ ਵੇਖਦੇ ਹਾਂ ਕਿ ਤੂੰ ਬਹੁਤ ਸੇਵਾ ਕਰਦਾ ਹੈ। ਰਾਤ ਦਿਨ ਹਿੱਤ ਧਾਰ ਕੇ ਇੱਧਰ ਉੱਧਰ ਭੱਜਾ ਫਿਰਦਾ ਹੈ। ਤੈਨੂੰ ਆਪਣੇ ਪਾਸ ਰੱਖਣ ਨੂੰ ਸਾਡਾ ਚਿੱਤ ਚਾਹੁੰਦਾ ਹੈ। ਤੇਰਾ ਚੰਗਾ ਗੁਜ਼ਾਰਾ ਕਰਵਾਵਾਂਗੇ।
ਅਤੇ ਨਿੱਜ ਸੁਖਾਲਾ ਰੱਖਾਂਗੇ। ਸ਼੍ਰੀ ਅਰਜਨ ਦੇਵ ਜੀ ਤੈਨੂੰ ਬਹੁਤ ਥੋੜ੍ਹੀ ਤਨਖਾਹ ਦਿੰਦੇ ਹਨ, ਪਰ ਤੂੰ ਸੇਵਾ ਬਹੁਤ ਕਰਦਾ ਹੈ। ਤੇਰੀ ਕਿਰਤ ਨੂੰ ਉਹ ਪਰਖਦੇ ਨਹੀਂ, ਇਸ ਭੇਦ ਨੂੰ ਅਸੀਂ ਜਾਣਦੇ ਹਾਂ। ਬ੍ਰਾਹਮਣ ਨੇ ਕਿਹਾ, ਹੇ ਗੁਰੂ ਜੀ ਸੁਣੋ, ਮੈਂ ਗੁਜ਼ਾਰਾ ਕਰਨਾ ਚਾਹੁੰਦਾ ਹਾਂ। ਜੋ ਕੁਝ ਵੀ ਉਹ ਕਹਿੰਦੇ ਹਨ ਮੈਂ ਬਿਨਾਂ ਕਿਸੇ ਆਲਸ ਦੇ ਉਹ ਕੰਮ ਕਰਦਾ ਹਾਂ। ਮੈਨੂੰ ਕਿਸੇ ਹੋਰ ਥਾਂ ਨੌਕਰੀ ਨਹੀਂ ਮਿਲੀ, ਇਸ ਕਰਕੇ ਮੈਂ ਖਿਡਾਵਾ ਬਣਿਆ ਹਾਂ। ਜਾਗਦੇ ਬੱਚੇ ਨੂੰ ਬਹੁਤ ਪ੍ਰਕਾਰ ਦੇ ਦਿਲ ਬਹਿਲਾਵੇ ਕਰਵਾ ਕੇ ਆਪਣੀ ਗੋਦ ਵਿੱਚ ਰੱਖਦਾ ਹਾਂ। ਬੱਚੇ ਨੂੰ ਚੁੱਕ ਕੇ ਜਦ ਘਰ ਵਿੱਚ ਤੁਰਿਆ ਫਿਰਦਾ ਹਾਂ ਤਾਂ ਲੱਤਾਂ ਥੱਕ ਜਾਂਦੀਆਂ ਹਨ। ਬੱਚੇ ਨੂੰ ਕੁੱਛੜ ਚੁਕਵਾ ਕੇ ਰੱਖਦੇ ਹਨ, ਕਦੇ ਵੀ ਬੈਠਣ ਨਹੀਂ ਦਿੰਦੇ। ਬਾਲਕ ਦਾ ਬਹੁਤ ਮੋਟਾ ਸਰੀਰ ਹੈ ਅਤੇ ਭਾਰ ਵੀ ਜ਼ਿਆਦਾ ਹੈ। ਮੈਂ ਉਸ ਨੂੰ ਕੁੱਛੜ ਚੁੱਕ ਕੇ ਹੀ ਬਹੁਤ ਖਿਡਾਉਂਦਾ ਹਾਂ। ਉਹ ਹੋਰ ਕਿਸੇ ਦੇ ਪਾਸ ਨਹੀਂ ਜਾਂਦਾ ਹੈ, ਮੇਰੇ ਕੁੱਛੜ ਹੀ ਰਹਿੰਦਾ ਹੈ। ਮੈਂ ਉਸ ਨੂੰ ਖਿਡਾ ਕੇ ਸੁਖੀ ਰੱਖਦਾ ਹਾਂ ਤੇ ਕਿਸੇ ਹੋਰ ਥਾਂ ਨਹੀਂ ਜਾਂਦਾ। ਫਿਰ ਪ੍ਰਿਥਿਆ ਕਹਿਣ ਲੱਗਾ, ਮੇਰਾ ਇੱਕ ਕੰਮ ਹੈ, ਜੇ ਤੂੰ ਉਹ ਪੂਰਾ ਕਰ ਦੇਵੇਂ ਤਾਂ ਬਹੁਤ ਧਨ ਮਿਲੇਗਾ। ਇੱਕ ਵਾਰ ਕੰਮ ਕਰ ਦਿਓ, ਸਾਰੀ ਉਮਰ ਸੁੱਖ ਭੋਗੇਗਾ। ਤੇਰੇ ਵਾਸਤੇ ਕਰਨਾ ਬਹੁਤ ਆਸਾਨ ਹੈ, ਪਰ ਦੂਸਰਿਆਂ ਵਾਸਤੇ ਬਹੁਤ ਮੁਸ਼ਕਲ ਹੈ। ਬ੍ਰਾਹਮਣ ਨੇ ਕਿਹਾ, ਐਸਾ ਕਿਹੜਾ ਕੰਮ ਹੈ ਜਿਹੜਾ ਮੈਥੋਂ ਹੋ ਜਾਣ 'ਤੇ ਤੁਸੀਂ ਆਪਣੇ ਚਿੱਤ ਚਾਹਿਆ ਬਹੁਤ ਧਨ ਮੈਨੂੰ ਦਿਓਗੇ? ਉਸ ਕੰਮ ਨੂੰ ਮੈਂ ਕਿਉਂ ਨਹੀਂ ਕਰਾਂਗਾ ਜਿਸ ਤੋਂ ਮੈਂ ਸੁੱਖ ਪਾਵਾਂਗਾ। ਆਪਣਾ ਭਲਾ ਸਾਰੇ ਚਾਹੁੰਦੇ ਹਨ, ਭਾਵੇਂ ਉਹ ਗਰੀਬ ਜਾਂ ਰਾਜੇ ਹੋਣ। ਪ੍ਰਿਥੀਆ ਨੇ ਕਿਹਾ, ਪਹਿਲਾਂ ਹੱਥ ਵਿੱਚ ਜਨੇਊ ਫੜ ਕੇ ਕਸਮ ਖਾ। ਮੈਂ ਵੀ ਕਸਮ ਚੁੱਕ ਕੇ ਤੈਨੂੰ ਧਨ ਦਿਆਂਗਾ। ਮੇਰੇ ਤੇਰੇ ਚਾਰੇ ਕੰਨ ਹੀ ਇਸ ਨੂੰ ਸੁਣਨ, ਪੰਜਵਾਂ ਕੰਨ ਨਾ ਸੁਣੇ। ਦੋਵਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਰੱਤਾ ਭਰ ਵੀ ਸੰਸਾ ਨਹੀਂ ਹੋਣਾ ਚਾਹੀਦਾ। ਸਹੁੰ ਖਾਣ ਨਾਲ ਦ੍ਰਿੜਤਾ ਹੋ ਜਾਂਦੀ ਹੈ ਤੇ ਫਿਰ ਕੋਈ ਸ਼ੰਕਾ ਨਹੀਂ ਰਹਿੰਦੀ। ਦੋਹਾਂ ਧਿਰਾਂ ਨੂੰ ਧੀਰਜ ਆ ਜਾਂਦਾ ਹੈ ਅਤੇ ਕਾਰਜ ਵੀ ਸਿੱਧ ਹੋ ਜਾਂਦਾ ਹੈ। ਜਨੇਊ ਨੂੰ ਆਪਣੇ ਹੱਥ ਵਿੱਚ ਫੜੋ, ਹੋਰ ਕੁਝ ਨਾ ਕਹੋ। ਮੈਂ ਤਨ ਮਨ ਅਤੇ ਬਲ ਬੁੱਧੀ ਨਾਲ ਤੇਰਾ ਹਿੱਤ ਹੀ ਧਾਰਨ ਕੀਤਾ ਹੈ। ਫਿਰ ਬ੍ਰਾਹਮਣ ਨੇ ਜਨੇਊ ਹੱਥ ਵਿੱਚ ਫੜ ਕੇ ਕਿਹਾ, ਗੁਪਤ ਗੱਲ ਜਿਹੜੀ ਤੁਸੀਂ ਕਹੋਗੇ ਉਹ ਮੈਂ ਕਿਸੇ ਹੋਰ ਪਾਸ ਨਹੀਂ ਕਹਾਂਗਾ। ਜੇ ਕੰਮ ਮੈਥੋਂ ਹੋ ਸਕਿਆ ਤਾਂ ਮੈਂ ਕਰ ਦਿਆਂਗਾ, ਨਹੀਂ ਤਾਂ ਇਸ ਦੀ ਮੈਨੂੰ ਸਹੁੰ ਹੈ, ਹੋਰ ਕੋਈ ਨਹੀਂ ਸੁਣੇਗਾ। ਇਹ ਸੁਣ ਕੇ ਪ੍ਰਿਥੀਆ ਨੂੰ ਧੀਰਜ ਆਇਆ ਤੇ ਉਸਨੇ ਆਪਣੇ ਕਪਟ ਨੂੰ ਸੁਣਾਇਆ। ਹੁਣ ਉਪਕਾਰ ਕਰੋ ਤੇ ਮਨ ਭਾਉਂਦਾ ਧਨ ਲਵੋ। ਸ਼੍ਰੀ ਹਰਗੋਬਿੰਦ ਨੂੰ ਜ਼ਹਿਰ ਦਿਓ, ਇਹ ਮੇਰਾ ਕਾਰਜ ਹੈ। ਉਹ ਮੇਰੇ ਸੀਨੇ ਵੱਡਾ ਕੰਡਾ ਚੁਭਿਆ ਹੈ ਜਿਹੜਾ ਬੜੀ ਪੀੜ ਕਰਦਾ ਹੈ। ਸ਼੍ਰੀ ਅਰਜਨ ਦੇਵ ਜੀ ਪੁੱਤ ਤੋਂ ਬਗੈਰ ਰਹਿਣ ਤੇ ਗੁਰਿਆਈ ਅਸੀਂ ਪਾਈਏ, ਨਹੀਂ ਤਾਂ ਇਹਨਾਂ ਦੇ ਵੰਸ਼ ਵਿੱਚੋਂ ਕਦੇ ਵੀ ਸਾਡੇ ਪਾਸ ਨਹੀਂ ਆਵੇਗੀ। ਸਾਥੋਂ 500 ਚਾਂਦੀ ਦੇ ਸਿੱਕੇ ਤੁਰੰਤ ਪ੍ਰਾਪਤ ਕਰੋ ਤੇ ਸਾਰੀ ਉਮਰ ਵਿਸ਼ਾਲ ਸੁੱਖ ਨਾਲ ਬਤੀਤ ਕਰੋ। ਇਹ ਸੁਣ ਕੇ ਬ੍ਰਾਹਮਣ ਚੁੱਪ ਹੋ ਗਿਆ। ਪ੍ਰਿਥੀਆ ਨੇ ਫੇਰ ਕਿਹਾ, ਮੈਨੂੰ ਵੀ ਜਨੇਊ ਦੀ ਕਸਮ ਹੈ, ਕਿਹਾ ਹੋਇਆ ਧਨ ਨਹੀਂ ਰੱਖਾਂਗਾ। ਹੋਰ ਜਿਸ ਰੀਤੀ ਨਾਲ ਵੀ ਤੇਰੀ ਤਸੱਲੀ ਹੁੰਦੀ ਹੋਵੇ, ਅਸੀਂ ਝੂਠ ਨਹੀਂ ਬੋਲਦੇ ਹਾਂ। ਕਿਉਂ ਚਿੰਤਾ ਕਰਦਾ ਹੈ? ਇਹ ਕੰਮ ਕਰਨਾ ਤੇਰੇ ਵਾਸਤੇ ਬਹੁਤ ਆਸਾਨ ਹੈ, ਕਿਉਂਕਿ ਤੂੰ ਸਦਾ ਉਸ ਨੂੰ ਕੁੱਛੜ ਚੁੱਕ ਕੇ ਰੱਖਦਾ ਹੈ। ਜ਼ਹਿਰ ਦੇ ਕੇ ਮਾਰ ਦਿਓ ਤੇ ਉਹਨਾਂ ਨੂੰ ਕਹੋ ਕਿ ਕਲੇਜੇ ਵਿੱਚ ਸੂਲ ਪ੍ਰਗਟ ਹੋਇਆ ਹੈ। ਕੋਈ ਵੀ ਨਹੀਂ ਜਾਣੇਗਾ ਕਿ ਜ਼ਹਿਰ ਦਿੱਤੀ ਹੈ, ਸਾਰੇ ਸੂਲ ਹੀ ਸਮਝਣਗੇ। ਤੈਨੂੰ ਉਹ ਕੁਝ ਵੀ ਨਹੀਂ ਕਹਿਣਗੇ, ਕਿਉਂਕਿ ਉਹ ਸਾਡੇ ਪਾਸੋਂ ਡਰਦੇ ਹਨ। ਜਿਹੜਾ ਵੀ ਤੇਰਾ ਨਾਂ ਲਵੇ ਉਸ ਦੀ ਡਾਂਟ ਡਪਟ ਕਰੋ, ਨਹੀਂ ਤਾਂ ਸਾਡੇ ਘਰ ਆ ਜਾਓ। ਅਸੀਂ ਕਿਸੇ ਤਰ੍ਹਾਂ ਵੀ ਤੈਨੂੰ ਉਹਨਾਂ ਦੇ ਹੱਥ ਵਿੱਚ ਨਹੀਂ ਦਿਆਂਗੇ। ਵੱਡੇ ਮੂਰਖ ਬ੍ਰਾਹਮਣ ਦਾ ਧਨ ਦਾ ਲੋਭ ਕਰਕੇ ਮਨ ਫਿਰ ਗਿਆ। ਕਹਿਣ ਲੱਗਾ, ਸਵੇਰੇ ਸ਼ਾਮ ਮਾਤਾ ਗੰਗਾ ਜੀ ਉਸ ਦੀ ਪੂਰੀ ਖਬਰ ਰੱਖਦੇ ਹਨ, ਹੋਰ ਕਿਸੇ ਦੀ ਖਬਰਦਾਰੀ ਨਹੀਂ ਹੈ। ਸਾਰੇ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਘਰ ਅੰਦਰ ਜਿੱਥੇ ਸਾਰਾ ਸਾਜ਼ ਸਮਾਨ ਪਿਆ ਹੈ, ਉੱਥੇ ਦੀ ਖਬਰ ਮੈਂ ਰੱਖਦਾ ਹਾਂ। ਪ੍ਰਿਥੀਆ ਨੇ ਕਿਹਾ, ਬੁੱਧੀ ਦੇ ਬਲ ਨਾਲ ਐਸਾ ਛਲ ਕਰੋ ਕਿ ਘਰ ਵਿੱਚ ਇਸ ਤਰ੍ਹਾਂ ਜ਼ਹਿਰ ਦਿਓ ਕਿ ਜਿਸ ਨੂੰ ਮਾਤਾ ਗੰਗਾ ਜੀ ਵੀ ਨਾ ਜਾਣ ਸਕਣ। ਫਿਰ ਤੈਨੂੰ ਕੋਈ ਡਰ ਨਹੀਂ, ਮੇਰੇ ਪਾਸ ਆ ਜਾਣਾ। ਪ੍ਰਿਥੀਆ ਨੇ ਇਸ ਤਰ੍ਹਾਂ ਬ੍ਰਾਹਮਣ ਨੂੰ ਸਭ ਭਰੋਸੇ ਦੇ ਕੇ ਦ੍ਰਿੜ ਕਰ ਦਿੱਤਾ। ਹੋਰ ਵੀ ਬਹੁਤ ਸਲਾਹ ਮਸ਼ਵਰਾ ਕੀਤਾ। ਦਾਸ ਕਿੱਥੋਂ ਤੱਕ ਕਹੇ, ਪਾਪ ਵਿੱਚ ਕਪਟ ਕਰਨ ਨੂੰ ਦੋਵੇਂ ਵੱਡੇ ਪਾਪੀ ਸਨ। ਗੱਲ ਪੱਕੀ ਕਰਕੇ ਬ੍ਰਾਹਮਣ ਗੁਰੂ ਜੀ ਦੇ ਘਰ ਆਇਆ। ਪ੍ਰਿਥੀਆ ਨੇ ਜਿਹੜੀ ਜ਼ਹਿਰ ਦਿੱਤੀ ਸੀ ਉਹ ਸਿਰ ਤੇ ਧਰ ਕੇ ਲੈ ਆਇਆ।
ਉਸ ਰਾਤ ਉਸ ਜ਼ਹਿਰ ਨੂੰ ਪੱਥਰਾਂ ਨਾਲ ਪੀਸ ਕੇ ਬਹੁਤ ਬਰੀਕ ਕਰ ਲਿਆ। ਫਿਰ ਇੱਕ ਪੂੜੀ ਵਿੱਚ ਬੰਨ੍ਹ ਕੇ ਆਪਣੇ ਸਿਰ ਤੇ ਬੱਧੀ ਪੱਗ ਵਿੱਚ ਰੱਖ ਲਈ ਤੇ ਮਨ ਬਣਾਇਆ ਕਿ ਸਵੇਰੇ ਉੱਠ ਕੇ ਬਾਲਕ ਨੂੰ ਦੇ ਦਿਆਂਗਾ। ਬ੍ਰਾਹਮਣ ਰਾਤ ਗੁਰੂ ਜੀ ਦੇ ਘਰ ਸੁੱਤਾ ਪਿਆ ਰਿਹਾ। ਸਵੇਰ ਹੁੰਦਿਆਂ ਹੀ ਜਾਗ ਪਿਆ, ਜਿਹੜਾ ਪਾਪ ਕਰਨਾ ਚਾਹੁੰਦਾ ਹੈ। ਸਵੇਰੇ ਉੱਠ ਕੇ ਬ੍ਰਾਹਮਣ ਨੇ ਸ਼੍ਰੀ ਹਰਗੋਬਿੰਦ ਜੀ ਨੂੰ ਆਪਣੇ ਕੁੱਛੜ ਚੁੱਕ ਲਿਆ, ਇੱਧਰ ਉੱਧਰ ਚੁੱਕ ਕੇ ਖਿਡਾਉਣ ਲੱਗਾ। ਮਾਤਾ ਗੰਗਾ ਜੀ ਵੇਖ ਕੇ ਬਹੁਤ ਪ੍ਰਸੰਨ ਹੋਏ। ਦਾਸੀ ਮਿੱਠੀ ਮਲਾਈ ਵਾਲਾ ਦਹੀਂ ਚਾਂਦੀ ਦੇ ਉਸ ਕਟੋਰੇ ਵਿੱਚ ਪਾ ਕੇ ਲਿਆਈ, ਜਿਸ ਕਟੋਰੇ ਵਿੱਚ ਸ਼੍ਰੀ ਹਰਗੋਬਿੰਦ ਜੀ ਰੋਜ਼ ਦਹੀਂ ਖਾਇਆ ਕਰਦੇ ਹਨ। ਫਿਰ ਬ੍ਰਾਹਮਣ ਨੇ ਕਟੋਰੇ ਨੂੰ ਆਪਣੇ ਹੱਥ ਵਿੱਚ ਲਿਆ ਤੇ ਸਾਰਿਆਂ ਦੀ ਅੱਖ ਬਚਾ ਕੇ ਚੁਬਾਰੇ ਤੇ ਚੜ੍ਹ ਗਿਆ ਤਾਂ ਕਿ ਕਿਸੇ ਹੋਰ ਨੂੰ ਦਿਖਾਈ ਨਾ ਦੇਵੇ। ਕਟੋਰੇ ਨੂੰ ਤਾਕ ਵਿੱਚ ਰੱਖ ਕੇ ਉਹ ਪੁੜੀ ਕੱਢੀ, ਦਹੀਂ ਵਿੱਚ ਝਾੜ ਕੇ ਵਿੱਚ ਉਂਗਲੀ ਫੇਰ ਦਿੱਤੀ ਤੇ ਦਹੀਂ ਵਿੱਚ ਚੰਗੀ ਤਰ੍ਹਾਂ ਮਿਲਾ ਦਿੱਤੀ। ਜ਼ਹਿਰ ਹੁਣ ਵੱਖ ਨਹੀਂ ਸੀ ਦਿਸਦੀ। ਡਰ ਨਾਲ ਛਾਤੀ ਧੜਕ ਰਹੀ ਸੀ। ਫਿਰ ਇੱਧਰ ਉੱਧਰ ਵੇਖਿਆ। ਬ੍ਰਾਹਮਣ ਨੇ ਤੁਰੰਤ ਕਟੋਰਾ ਆਪਣੇ ਹੱਥ ਵਿੱਚ ਫੜ ਲਿਆ ਤੇ ਉੱਪਰ ਚੁੱਕ ਕੇ ਸ਼੍ਰੀ ਹਰਗੋਬਿੰਦ ਜੀ ਨੂੰ ਪਿਲਾਉਣ ਲੱਗਾ। ਪਰ ਅੰਤਰਜਾਮੀ ਗੁਰੂ ਜੀ ਨੇ ਨੱਕ ਚੜ੍ਹਾ ਕੇ ਮੂੰਹ ਫੇਰ ਲਿਆ। ਜਦ ਉਹਨਾਂ ਨੇ ਵੇਖਿਆ ਕਿ ਬ੍ਰਾਹਮਣ ਵਿੱਚ ਕੋਈ ਖੋਟ ਹੈ, ਬ੍ਰਾਹਮਣ ਨੇ ਮੂੰਹ ਮੋੜ ਕੇ ਕਟੋਰਾ ਸਾਹਮਣੇ ਕੀਤਾ ਤੇ ਕਠੋਰ ਸ਼ਬਦ ਬੋਲ ਕੇ ਝਿੜਕਿਆ, ਜੇ ਤੂੰ ਦਹੀਂ ਨਹੀਂ ਪੀਵੇਂਗਾ ਤਾਂ ਹਊਆ ਇੱਧਰ ਆਊਗਾ ਤੇ ਤੈਨੂੰ ਫੜ ਕੇ ਲੈ ਜਾਏਗਾ। ਦਹੀਂ ਸਵਾਦ ਵਿੱਚ ਬਹੁਤ ਮਿੱਠਾ ਹੈ, ਇਸ ਲਈ ਖਾਣ ਵਿੱਚ ਚਿਰ ਨਾ ਲਾਓ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਫਿਰ ਜਾਣਿਆ ਕਿ ਦੁਰਜਨ ਛਲ ਵੱਲ ਨਾਲ ਦਹੀਂ ਪਿਲਾ ਰਿਹਾ ਹੈ, ਇਸ ਕਰਕੇ ਮੂੰਹ ਨੂੰ ਲਾਉਂਦਾ ਹੈ। ਫਿਰ ਉਹਨਾਂ ਨੇ ਦੋਹਾਂ ਹੱਥਾਂ ਨਾਲ ਕਟੋਰਾ ਫੜ ਕੇ ਮੂੰਹ ਤੋਂ ਹਟਾਇਆ। ਕਟੋਰੇ ਦੇ ਲਾਗੇ ਮੂੰਹ ਨਹੀਂ ਸੀ ਕਰਦੇ, ਮੁੱਖ ਨੂੰ ਇੱਧਰ ਉੱਧਰ ਫੇਰ ਲੈਂਦੇ ਸਨ। ਬ੍ਰਾਹਮਣ ਨੇ ਫਿਰ ਗੁੱਸਾ ਕਰਕੇ ਬਾਲਕ ਗੁਰੂ ਜੀ ਨੂੰ ਝਿੜਕਿਆ ਤੇ ਗੁਰੂ ਜੀ ਦੇ ਦੋਵੇਂ ਹੱਥ ਇੱਕ ਹੱਥ ਵਿੱਚ ਜ਼ੋਰ ਨਾਲ ਫੜ ਲਏ, ਦੂਸਰੇ ਹੱਥ ਨਾਲ ਦਹੀਂ ਫੜ ਲਿਆ ਤੇ ਜ਼ੋਰ ਨਾਲ ਬਾਲ ਗੁਰੂ ਜੀ ਦੇ ਮੂੰਹ ਨੂੰ ਲਾਇਆ। ਉਹ ਲਾਲ ਅੱਖਾਂ ਕੱਢ ਕੇ ਗੁਰੂ ਜੀ ਨੂੰ ਡਰਾਉਂਦਾ ਸੀ। ਸ਼੍ਰੀ ਹਰਗੋਬਿੰਦ ਜੀ ਨੇ ਫਿਰ ਬਲ ਧਾਰਨ ਕਰਕੇ ਉੱਚੀ ਦਿੱਤੀ ਚੀਖ ਮਾਰੀ, ਬਹੁਤ ਉੱਚੀ ਉੱਚੀ ਸ਼ੋਰ ਕੀਤਾ ਤੇ ਭਾਰੀ ਆਵਾਜ਼ ਨਾਲ ਰੋਣ ਲੱਗ ਪਏ। ਪਾਪੀ ਬ੍ਰਾਹਮਣ ਨੇ ਬੜੇ ਜ਼ੋਰ ਨਾਲ ਦਹੀਂ ਬਾਲਕ ਗੁਰੂ ਜੀ ਦੇ ਹੋਂਠਾਂ ਨੂੰ ਲਾ ਦਿੱਤਾ। ਫਿਰ ਬਾਲ ਗੁਰੂ ਜੀ ਨੇ ਮੂੰਹ ਮੋੜ ਕੇ ਬਹੁਤ ਉੱਚੀ ਪੁਕਾਰ ਕੀਤੀ। ਜ਼ੋਰ ਨਾਲ ਗੁਰੂ ਜੀ ਦੇ ਦੋਵੇਂ ਹੱਥ ਫੜ ਕੇ ਉਹਨਾਂ ਦਾ ਮੂੰਹ ਕਟੋਰੇ ਵੱਲ ਮੋੜਦਾ ਸੀ ਅਤੇ ਬੜੀ ਉੱਚੀ ਆਵਾਜ਼ ਵਿੱਚ ਕਹਿੰਦਾ ਸੀ, ਤੈਨੂੰ ਕੀ ਹੁੰਦਾ ਹੈ? ਜੇ ਹੁਣ ਦਹੀਂ ਨਹੀਂ ਪੀਵੇਂਗਾ ਤਾਂ ਹਊਆ ਆ ਜਾਵੇਗਾ, ਤੈਨੂੰ ਫੜ ਲਵੇਗਾ, ਛੱਡੇਗਾ ਨਹੀਂ। ਮੈਂ ਤਾਂ ਫਿਰ ਚਲਾ ਜਾਵਾਂਗਾ। ਬਹੁਤ ਹੇਰ ਫੇਰ ਕਰਦਾ ਸੀ ਤੇ ਕਦੀ ਪ੍ਰੇਮ ਨਾਲ ਪਰਚਾਉਂਦਾ ਵੀ ਸੀ, ਕਦੀ ਧੌਣ ਨੂੰ ਚੰਗੀ ਤਰ੍ਹਾਂ ਫੜ ਕੇ ਦਹੀਂ ਮੁੱਖ ਨੂੰ ਲਾਉਂਦਾ ਸੀ। ਇੱਕ ਵਾਰ ਕਿਸੇ ਤਰ੍ਹਾਂ ਪੀ ਲਵੇ, ਚਿੱਤ ਵਿੱਚ ਇਹ ਚਾਹੁੰਦਾ ਸੀ, ਫਿਰ ਜਿੰਨਾ ਮਰਜ਼ੀ ਰੋਵੇ, ਮੈਨੂੰ ਕੋਈ ਡਰ ਨਹੀਂ। ਹੱਥ ਕੰਬ ਰਹੇ ਸਨ, ਹਿਰਦਾ ਡਰਿਆ ਹੋਇਆ ਸੀ ਤੇ ਸਾਰਾ ਧੀਰਜ ਜਾਂਦਾ ਰਿਹਾ ਸੀ। ਸੋਚਦਾ ਸੀ ਕਿ ਰੋਂਦਾ ਹੋਇਆ ਮੂੰਹ ਨੂੰ ਪਰਾਂ ਕਰ ਲੈਂਦਾ ਹੈ। ਜਦ ਮੈਂ ਦਹੀਂ ਮੂੰਹ ਦੇ ਕੋਲ ਲੈ ਕੇ ਜਾਂਦਾ ਹਾਂ, ਮੈਂ ਕਿਸ ਤਰ੍ਹਾਂ ਇਸ ਦੇ ਮੂੰਹ ਵਿੱਚ ਪਾਵਾਂ ਕਿ ਇੱਕ ਵਾਰ ਦਹੀਂ ਇਸ ਦੇ ਪੇਟ ਵਿੱਚ ਚਲਾ ਜਾਵੇ, ਫਿਰ ਚੋਰੀ ਛੁਪ ਜਾਵੇਗੀ ਤੇ ਮੇਰਾ ਕੰਮ ਬਣ ਜਾਵੇਗਾ। ਜਦ ਉੱਚੀ ਉੱਚੀ ਰੋ ਰਿਹਾ ਸੀ ਤਾਂ ਦੂਰ ਤੱਕ ਸੁਣਾਈ ਦੇ ਰਿਹਾ ਸੀ। ਮਾਤਾ ਗੰਗਾ ਜੀ ਜਿੱਥੇ ਬੈਠੇ ਸਨ, ਉੱਥੇ ਉਹਨਾਂ ਦੇ ਕੰਨਾਂ ਵਿੱਚ ਵੀ ਉਹਨਾਂ ਦੇ ਸਪੁੱਤਰ ਦੀ ਆਵਾਜ਼ ਪਹੁੰਚੀ। ਬੜੀ ਦੁਖਦਾਇਕ ਆਤਰ ਆਵਾਜ਼ ਸੀ, ਜਿਸ ਨੂੰ ਸੁਣਿਆ ਨਹੀਂ ਸੀ ਜਾਂਦਾ। ਮਾਤਾ ਜੀ ਦੌੜ ਕੇ ਝੱਟ ਗੁਰੂ ਅਰਜਨ ਦੇਵ ਜੀ ਦੇ ਪਾਸ ਪਹੁੰਚ ਗਏ। ਉਹਨਾਂ ਨੂੰ ਕਿਹਾ, ਸ਼੍ਰੀ ਹਰਗੋਬਿੰਦ ਜੀ ਬੜੀ ਵਿਆਕੁਲ ਆਵਾਜ਼ ਨਾਲ ਰੋ ਰਹੇ ਹਨ, ਬੜੀ ਉੱਚੀ ਉੱਚੀ ਪੁਕਾਰ ਕਰ ਰਹੇ ਹਨ, ਕਿਸੇ ਭਾਰੀ ਸੰਕਟ ਵਿੱਚ ਹਨ। ਗੁਰੂ ਜੀ ਨੇ ਕਿਹਾ, ਸਵੇਰ ਤੋਂ ਹੀ ਬ੍ਰਾਹਮਣ ਨੇ ਚੁੱਕਿਆ ਹੈ, ਉੱਪਰ ਚੁਬਾਰੇ ਵਿੱਚ ਲੈ ਕੇ ਗਿਆ ਹੈ, ਕੋਈ ਗੱਲ ਜਾਣੀ ਨਹੀਂ ਜਾਂਦੀ। ਮਾਤਾ ਗੰਗਾ ਜੀ ਦੀ ਘਬਰਾਹਟ ਵੇਖ ਕੇ ਗੁਰੂ ਜੀ ਨੇ ਇੱਕ ਸੇਵਕ ਨੂੰ ਭੇਜਿਆ ਅਤੇ ਕਿਹਾ, ਛੇਤੀ ਜਾ ਕੇ ਵੇਖੋ ਸ਼੍ਰੀ ਹਰਗੋਬਿੰਦ ਜੀ ਕਿਉਂ ਰੋਏ ਹਨ। ਦੌੜ ਕੇ ਸੇਵਕ ਉੱਥੇ ਪਹੁੰਚਿਆ ਜਿੱਥੇ ਬ੍ਰਾਹਮਣ ਇਕੱਲਾ ਖੜਾ ਸੀ। ਇੱਕ ਹੱਥ ਵਿੱਚ ਦਹੀਂ ਫੜਿਆ ਸੀ ਅਤੇ ਦੂਸਰੇ ਹੱਥ ਨਾਲ ਜਿਹੜੇ ਸ਼੍ਰੀ ਹਰਗੋਬਿੰਦ ਜੀ ਦੇ ਤਕੜੇ ਹੱਥ ਫੜੇ ਹੋਏ ਸਨ, ਉਹ ਛੱਡ ਦਿੱਤੇ। ਹੇ ਬ੍ਰਾਹਮਣ, ਇਹਨਾਂ ਨੂੰ ਕਿਉਂ ਰਵਾਇਆ ਹੈ? ਗੁਰੂ ਜੀ ਨੇ ਸੁਣ ਕੇ ਪੁੱਛਿਆ ਹੈ। ਕਹਿਣ ਲੱਗਾ, ਮੈਂ ਦਹੀਂ ਪਿਲਾ ਰਿਹਾ ਹਾਂ। ਉਸ ਸਮੇਂ ਬ੍ਰਾਹਮਣ ਦੀ ਆਵਾਜ਼ ਨਹੀਂ ਸੀ ਨਿਕਲ ਰਹੀ, ਮੂੰਹ ਦਾ ਰੰਗ ਉੱਡਿਆ ਹੋਇਆ ਸੀ। ਨਾ ਪੀਂਦਾ ਵੇਖ ਕੇ ਝਿੜਕਿਆ ਤੇ ਡਰਾਇਆ ਹੈ। ਤੂੰ ਵੀ ਖੜੇ ਹੋ ਕੇ ਹੁਣ ਵੇਖ ਲੈ।
कटोरे ਨੂੰ ਫਿਰ ਮੁਖ ਦੇ ਪਾਸ ਲਿਆਂਦਾ, ਪਰ ਬਾਲ ਗੁਰੂ ਜੀ ਨੇ ਹੱਥਾਂ ਨਾਲ ਰੋਕ ਦਿੱਤਾ ਤੇ ਨੱਕ ਚੜਾਇਆ। ਇਹ ਵੇਖ ਕੇ ਸੇਵਕ ਨੇ ਗੁਰੂ ਜੀ ਪਾਸ ਜਾ ਕੇ ਉਹਨਾਂ ਨੂੰ ਦੱਸਿਆ। ਗੁਰੂ ਜੀ ਨੇ ਫੇਰ ਭੇਜਿਆ, ਹੁਣ ਜਾ ਕੇ ਸਾਡੇ ਪਾਸ ਲਿਆਓ। ਕਿਉਂ ਨਹੀਂ ਦਹੀਂ ਪੀਂਦੇ? ਇੰਨਾ ਉੱਚੀ ਉੱਚੀ ਰੋਂਦੇ ਹਨ। ਦਹੀਂ ਸਮੇਤ ਦੋਹਾਂ ਨੂੰ ਲਿਆਓ। ਕੀ ਕਾਰਨ ਹੋਇਆ ਹੈ? ਅਸੀਂ ਆਪ ਖਵਾਉਂਦੇ ਹਾਂ, ਵੇਖਦੇ ਹਾਂ ਕਿਵੇਂ ਰੋਂਦਾ ਹੈ। ਸੇਵਕ ਫਿਰ ਉਹਨਾਂ ਦੇ ਪਾਸ ਗਿਆ ਤੇ ਉਹਨਾਂ ਨੂੰ ਗੁਰੂ ਜੀ ਦੇ ਪਾਸ ਲਿਆਂਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੇਖੇ ਬਿਨਾਂ ਹੀ ਮੂਰਖ ਬ੍ਰਾਹਮਣ ਦਾ ਧੀਰਜ ਜਾਂਦਾ ਰਿਹਾ। ਗੁਰੂ ਜੀ ਅਤੇ ਮਾਤਾ ਗੰਗਾ ਜੀ ਨੇ ਸਪੁੱਤਰ ਨੂੰ ਵੇਖਿਆ। ਦੋਵੇਂ ਵਿਸ਼ਾਲ ਨੇਤਰ ਝਲਕ ਰਹੇ ਸਨ ਤੇ ਉਹਨਾਂ ਵਿੱਚ ਬਹੁਤ ਜਲ ਭਰਿਆ ਹੋਇਆ ਸੀ। ਵਿਆਕੁਲ ਮੁਖ ਦੇ ਬੁੱਲ੍ਹਾਂ ਤੇ ਕੁਝ ਦਹੀਂ ਲੱਗਾ ਹੋਇਆ ਸੀ। ਡੁਸਕਾਰੇ ਮਾਰ ਕੇ ਰੋ ਰਹੇ ਸਨ, ਜਿਵੇਂ ਬਹੁਤ ਕਸ਼ਟ ਚੱਲਿਆ ਹੋਵੇ। ਪਿਤਾ ਜੀ ਵੱਲ ਵੱਡੀ ਵਡਿਆਈ ਜਾਣ ਕੇ ਵੇਖ ਰਹੇ ਸਨ, ਮਾਨੋ ਸਮਝਾ ਰਹੇ ਸਨ। ਦੁਸ਼ਟ ਬ੍ਰਾਹਮਣ ਜ਼ਹਿਰ ਦੇ ਰਿਹਾ ਸੀ। ਮਾਤਾ ਗੰਗਾ ਜੀ ਦਾ ਮਨ ਪਕੜ ਵਿੱਚ ਆਇਆ, ਭਾਵ ਉਹਨਾਂ ਨੂੰ ਇਹ ਸੋਚ ਫੁਰੀ ਕਿ ਕੋਈ ਭਾਰੀ ਕਾਰਨ ਹੈ। ਇਸ ਪ੍ਰਕਾਰ ਤਾਂ ਪਹਿਲਾਂ ਕਦੇ ਨਹੀਂ ਰੋਏ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਕੁਝ ਜਾਣ ਕੇ ਬ੍ਰਾਹਮਣ ਨੂੰ ਪੁੱਛਿਆ, ਬਾਲਕ ਦਹੀਂ ਕਿਉਂ ਨਹੀਂ ਪੀਂਦਾ ਹੈ ਤੇ ਰੋਂਦਾ ਹੈ? ਬ੍ਰਾਹਮਣ ਨੇ ਕਿਹਾ, ਨਿੱਤ ਪੀਂਦਾ ਹੈ, ਜਿਵੇਂ ਅੱਜ ਪਿਲਾ ਰਿਹਾ ਹਾਂ। ਜਦ ਮੈਂ ਇਹਨਾਂ ਦੇ ਮੂੰਹ ਨੂੰ ਲਾਉਣ ਲੱਗਦਾ ਹਾਂ ਤਾਂ ਹੱਥਾਂ ਨਾਲ ਪਿਛਾਂਹ ਹਟਾ ਦਿੰਦੇ ਹਨ। ਮੂੰਹ ਫੇਰੇ ਨਾ ਸਾਹਮਣੇ ਰੱਖੇ, ਇਸ ਕਰਕੇ ਮੈਂ ਡਰਾਇਆ ਹੈ, ਅਚਾਨਕ ਰੋਇਆ ਤੇ ਪੁਕਾਰਿਆ ਹੈ। ਮੈਂ ਨਹੀਂ ਸਮਝ ਸਕਿਆ ਹਾਂ। ਫਿਰ ਗੁਰੂ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ, ਬਾਲਕ ਦੀ ਆਗਿਆ ਅਨੁਸਾਰ ਸਹਿਜ ਨਾਲ ਦਹੀਂ ਪਿਲਾਓ। ਗੁਰੂ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਬ੍ਰਾਹਮਣ ਆਪਣੇ ਦਿਲ ਵਿੱਚ ਬਹੁਤ ਖੁਸ਼ ਹੋਇਆ। ਉਸਨੇ ਮਨ ਵਿੱਚ ਸੋਚਿਆ ਕਿ ਇਹਨਾਂ ਦੇ ਸਾਹਮਣੇ ਮੈਂ ਜ਼ਹਿਰ ਦਿਆਂਗਾ। ਇਹ ਮੈਂ ਸ਼ੁਭ ਮੌਕਾ ਪਾਇਆ ਹੈ। ਇਹ ਸਮਝ ਲੈਣਗੇ ਕਿ ਮੌਤ ਸੂਲ ਕਾਰਨ ਹੋਈ ਹੈ, ਕਿਉਂਕਿ ਦਹੀਂ ਸਾਰਿਆਂ ਨੇ ਵੇਖ ਲਿਆ ਹੈ। ਤਦ ਧੀਰਜ ਧਾਰ ਕੇ ਦਹੀਂ ਨੂੰ ਸ਼੍ਰੀ ਹਰਗੋਬਿੰਦ ਜੀ ਦੇ ਮੁਖ ਤੱਕ ਲੈ ਗਿਆ। ਮਨ ਵਿੱਚ ਸੋਚਿਆ ਕਿ ਜੇ ਹੁਣ ਪੀਣ ਨਾਲ ਮੌਤ ਹੋ ਜਾਏਗੀ ਤਾਂ ਮੈਨੂੰ ਕੋਈ ਵੀ ਡਰ ਨਹੀਂ ਰਹੇਗਾ। ਪਰ ਜਦ ਦਹੀਂ ਬਾਲ ਗੁਰੂ ਜੀ ਦੇ ਮੁਖ ਤੱਕ ਲੈ ਕੇ ਗਏ ਤਾਂ ਉਹਨਾਂ ਨੇ ਟੇਢੇ ਭਰਵੱਟੇ ਚੜ੍ਹਾ ਕੇ ਵਿਕਰਾਲ ਨੈਣ ਵਿਖਾਏ ਤੇ ਬਰਤਨ ਨੂੰ ਹੱਥਾਂ ਨਾਲ ਪਰੇ ਕੀਤਾ ਅਤੇ ਗੁੱਸਾ ਪ੍ਰਗਟ ਕੀਤਾ। ਜਦ ਸ਼੍ਰੀ ਹਰਗੋਬਿੰਦ ਜੀ ਨੇ ਇਸ ਤਰ੍ਹਾਂ ਕੀਤਾ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਜਾਣ ਗਏ ਕਿ ਦਹੀਂ ਵਿੱਚ ਬੁਰੀ ਮੱਤ ਵਾਲੇ ਬ੍ਰਾਹਮਣ ਨੇ ਕੋਈ ਕਪਟ ਕੀਤਾ ਹੈ। ਆਪਣੇ ਪਿਆਰੇ ਸਪੁੱਤਰ ਨੂੰ ਉਹਨਾਂ ਨੇ ਗੋਦ ਵਿੱਚ ਬਿਠਾ ਲਿਆ, ਅੱਖਾਂ ਪੂੰਝ ਕੇ ਪਿਆਰ ਕੀਤਾ ਤੇ ਮੁਖ ਤੋਂ ਮਿੱਠੇ ਵਚਨ ਕਹੇ। ਬ੍ਰਾਹਮਣ ਦੇ ਹੱਥ ਵਿੱਚੋਂ ਦਹੀਂ ਲੈ ਲਿਆ ਤੇ ਫਿਰ ਆਪ ਪਿਲਾਉਣ ਲੱਗੇ। ਬੜਾ ਪ੍ਰਸੰਨ ਹੋ ਕੇ ਬ੍ਰਾਹਮਣ ਨੇ ਕਿਹਾ, ਆਪ ਮੁਖ ਦੇ ਸਾਹਮਣੇ ਕਰੋ। ਜਦ ਗੁਰੂ ਜੀ ਨੇ ਕਟੋਰੇ ਨੂੰ ਸ਼੍ਰੀ ਹਰਗੋਬਿੰਦ ਜੀ ਦੇ ਮੂੰਹ ਦੇ ਸਾਹਮਣੇ ਕੀਤਾ ਤਾਂ ਬਾਲ ਗੁਰੂ ਜੀ ਨੇ ਅੱਖਾਂ ਨੀਵੀਆਂ ਕਰ ਲਈਆਂ, ਨਾ ਹੀ ਰੋਕਿਆ ਅਤੇ ਨਾ ਹੀ ਪੀਤਾ। ਇਹ ਵੇਖ ਕੇ ਬ੍ਰਾਹਮਣ ਬਹੁਤ ਹੈਰਾਨ ਹੋਇਆ। ਉਸਨੇ ਸੋਚਿਆ ਕਿ ਇਹਨਾਂ ਵਿੱਚ ਕਰਾਮਾਤ ਹੈ। ਦੂਸ਼ਣ ਵਾਲਾ ਦਹੀਂ ਜਾਣ ਕੇ ਮੂੰਹ ਨਹੀਂ ਲਾ ਰਹੇ ਹਨ। ਹੁਣ ਕੋਈ ਐਸੀ ਗੱਲ ਨਾ ਹੋ ਜਾਵੇ ਕਿ ਕਪਟ ਪੁਣੇ ਦਾ ਪਾਜ ਹੀ ਖੁੱਲ੍ਹ ਜਾਵੇ। ਫਿਰ ਮਨ ਵਿੱਚ ਬਹੁਤ ਡਰਦਾ ਹੋਇਆ ਕਈ ਪ੍ਰਕਾਰ ਦੀਆਂ ਸੋਚਾਂ ਵਿਚਾਰਾਂ ਕਰ ਰਿਹਾ ਸੀ। ਇੱਕ ਬੌਣੀ ਜਾਤੀ ਦਾ ਕੁੱਤਾ ਸੀ ਜਿਸ ਨੂੰ ਪਿਸਤਾ ਕਹਿੰਦੇ ਸਨ। ਜਿਸ ਪਲੰਗ ਤੇ ਗੁਰੂ ਜੀ ਲੇਟਦੇ ਸਨ, ਸਦਾ ਉਸ ਦੇ ਥੱਲੇ ਬੈਠਾ ਰਹਿੰਦਾ ਸੀ। ਜਦ ਬਾਹਰ ਜਾਂਦੇ ਸਨ ਤਾਂ ਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਹੀ ਰਹਿੰਦਾ ਸੀ। ਵੱਡੇ ਭਾਗਾਂ ਵਾਲਾ ਸਦਾ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦਾ ਸੀ। ਪਲੰਗ ਦੇ ਹੇਠੋਂ ਕੁੱਤੇ ਨੂੰ ਬੁਲਾਇਆ। ਉਹ ਪੂੰਛ ਹਿਲਾਉਂਦਾ ਨਿਕਲ ਆਇਆ ਤੇ ਅੱਖਾਂ ਨੂੰ ਗੁਰੂ ਜੀ ਦੇ ਚਿਹਰੇ ਸਾਹਮਣੇ ਕੀਤਾ। ਉਸ ਦੇ ਬਰਤਨ ਵਿੱਚ ਗੁਰੂ ਜੀ ਨੇ ਦਹੀਂ ਨੂੰ ਪਾ ਦਿੱਤਾ। ਦਹੀਂ ਨੂੰ ਸੌਂ ਕੇ ਹੀ ਉਹ ਪਿੱਛੇ ਹਟ ਗਿਆ ਤੇ ਦਹੀਂ ਨੂੰ ਮੂੰਹ ਨਾ ਲਾਇਆ। ਗੁਰੂ ਜੀ ਦੇ ਕੁੱਤੇ ਦੀ ਇਹ ਵਡਿਆਈ ਸੀ ਕਿ ਝੂਠ ਨਿਤ ਖਾਂਦਾ ਸੀ, ਪਰ ਦਹੀਂ ਵਿੱਚ ਜ਼ਹਿਰ ਜਾਣ ਕੇ ਖਾਧਾ ਨਹੀਂ ਸੀ ਅਤੇ ਉਸਨੇ ਗੁਰੂ ਜੀ ਨੂੰ ਸਮਝਾਇਆ। ਸਿਰ ਹਿਲਾ ਕੇ ਆਪਣੇ ਦੋਹਾਂ ਕੰਨਾਂ ਨੂੰ ਖੜਕਾ ਗੁਰੂ ਜੀ ਨੂੰ ਦੱਸਿਆ, ਇਸ ਦਹੀਂ ਵਿੱਚ ਜ਼ਹਿਰ ਹੈ, ਇਸ ਕਰਕੇ ਮੈਂ ਖਾਧਾ ਨਹੀਂ ਹੈ। ਹੁਣ ਮੇਰੀ ਗਤੀ ਨਹੀਂ ਹੋਵੇਗੀ, ਖੋਟੀ ਮੌਤ ਪਾਵਾਂਗਾ। ਦੁਸ਼ਟ ਬ੍ਰਾਹਮਣ ਦੀ ਇਹ ਕਿਰਤ ਕੈਸੇ ਖਾਵਾਂਗਾ। ਉਸ ਕੁੱਤੇ ਦੇ ਕਿਰਿਆ ਕਰਮ ਨੂੰ ਪਰਖ ਕੇ ਗੁਰੂ ਜੀ ਨੇ ਬਚਨ ਕੀਤਾ, ਤੂੰ ਸਦਾ ਸਾਡੇ ਨਾਲ ਹੈ, ਇੱਥੇ ਉੱਥੇ ਸਭ ਥਾਈਂ ਸਾਡੇ ਪਾਸ ਹੈ। ਵਿਛੜਾਂਗੇ ਨਹੀਂ, ਸ਼ੁਭ ਗਤੀ ਪ੍ਰਾਪਤ ਹੋਵੇਗੀ, ਇਸ ਵਿੱਚ ਕੋਈ ਸੰਦੇਹ ਨਾ ਕਰੋ। ਦੁਸ਼ਟ ਬ੍ਰਾਹਮਣ ਦਾ ਕਪਟ ਪ੍ਰਗਟ ਕਰੋ, ਇਸ ਕਰਕੇ ਦਹੀਂ ਨੂੰ ਪੀ ਲਓ।
ਇਸ ਪ੍ਰਕਾਰ ਗੁਰੂ ਜੀ ਤੋਂ ਸੁਣ ਕੇ ਮੌਤ ਦੇ ਭੈ ਨੂੰ ਛੱਡ ਦਿੱਤਾ ਅਤੇ ਸਾਰਾ ਦਹੀਂ ਪੀ ਕੇ ਤ੍ਰਿਪਤ ਹੋ ਗਿਆ। ਮਾਤਾ ਗੰਗਾ ਜੀ ਨੇੜੇ ਬੈਠ ਗਏ ਤੇ ਦੁਸ਼ਟ ਬ੍ਰਾਹਮਣ ਨੂੰ ਵੀ ਬਿਠਾ ਲਿਆ। ਹੋਰ ਸਿੱਖ ਸੇਵਕ ਗੁਰੂ ਜੀ ਦੇ ਪਾਸ ਬੈਠ ਗਏ। ਵੇਖ ਕੇ ਚਿੱਤ ਵਿੱਚ ਸਾਰੇ ਹੈਰਾਨ ਹੋਏ ਕਿ ਕੀ ਕਾਰਨ ਹੋਇਆ ਹੈ। ਬ੍ਰਾਹਮਣ ਦਾ ਮੂੰਹ ਪੀਲਾ ਭੂਖ ਹੋ ਗਿਆ ਤੇ ਉਹ ਧੀਰਜ ਰਹਿਤ ਹੋ ਗਿਆ। ਸੋਚਦਾ ਹੈ ਧਰਤੀ ਵਿੱਚ ਵੀ ਪ੍ਰਵੇਸ਼ ਨਹੀਂ ਹੋ ਸਕਦਾ ਤੇ ਉੱਡ ਕੇ ਵੀ ਆਕਾਸ਼ ਵਿੱਚ ਨਹੀਂ ਜਾਇਆ ਜਾ ਸਕਦਾ। ਮੇਰੇ ਕਪਟ ਅਤੇ ਖੋਟੇਪਨ ਨੂੰ ਸਾਰੇ ਜਾਣ ਗਏ ਹਨ। ਮੌਨ ਧਾਰਨ ਕਰਕੇ ਸਾਰੇ ਵੇਖਦੇ ਹਨ ਪਰ ਬੋਲਦਾ ਕੋਈ ਨਹੀਂ ਹੈ। ਧੰਨ ਅੰਤਰਜਾਮੀ ਗੁਰੂ ਜੀ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੀ ਖਬਰ ਹੈ। ਇੱਕ ਘੜੀ ਬਾਅਦ ਖਲੋਤਾ ਹੋਇਆ ਕੁੱਤਾ ਡਿੱਗ ਪਿਆ। ਤੜਫਦਾ ਪੈਰ ਮਾਰ ਰਿਹਾ ਸੀ। ਬਹੁਤ ਦੁਖੀ ਹੋਇਆ ਚੂਕ ਰਿਹਾ ਸੀ। ਪੂੰਛ ਅਕੜਾਉਂਦਾ ਹੈ, ਕਦੀ ਬੈਠ ਜਾਂਦਾ ਹੈ ਅਤੇ ਕਦੇ ਘਰ ਵਿੱਚ ਜਾ ਕੇ ਪ੍ਰਵੇਸ਼ ਕਰਦਾ ਹੈ, ਕਦੀ ਭੌਂਕਦਾ ਹੈ ਅਤੇ ਕਦੀ ਅੱਗੇ ਆ ਕੇ ਲੇਟ ਜਾਂਦਾ ਹੈ। ਬਹੁਤ ਵਿਆਕੁਲਤਾ ਪਾ ਕੇ ਅੱਖਾਂ ਲਾਲ ਹੋ ਗਈਆਂ। ਇਸ ਪ੍ਰਕਾਰ ਸਭ ਦੇ ਸਾਹਮਣੇ ਸੰਕਟ ਪਾਇਆ। ਕੁਝ ਚਿਰ ਬਾਅਦ ਮਰ ਗਿਆ ਤੇ ਸਿਰ ਧਰਤੀ ਤੇ ਪਸਾਰ ਕੇ ਲੇਟ ਗਿਆ ਅਤੇ ਗੁਰੂ ਜੀ ਅੱਗੇ ਡਿੱਗ ਕੇ ਦੰਦ ਬਾਹਰ ਨੂੰ ਕੱਢੇ। ਫਿਰ ਗੁਰੂ ਜੀ ਨੇ ਆਪਣੇ ਚਰਨ ਕਮਲ ਕੁੱਤੇ ਨੂੰ ਛੁਹਾਏ ਤਾਂ ਵਿਬਾਨ ਤੇ ਚੜ੍ਹ ਕੇ ਉੱਤਮ ਪਦਵੀ ਪਾ ਕੇ ਬੈਕੁੰਠ ਨੂੰ ਚਲਾ ਗਿਆ। ਸਾਰੇ ਵੇਖ ਕੇ ਹਾਹਾਕਾਰ ਕਰਕੇ ਬਹੁਤ ਹੈਰਾਨ ਹੋਏ। ਆਪਣੇ ਦਾਸਾਂ ਨੂੰ ਬਹੁਤ ਸੁੱਖ ਦੇਣ ਵਾਲੇ ਸ਼੍ਰੀ ਹਰਗੋਬਿੰਦ ਜੀ ਸੁਰੱਖਿਅਤ ਰਹੇ। ਦੁਸ਼ਟ ਬ੍ਰਾਹਮਣ ਦਾ ਖੋਟ ਜਾਣ ਕੇ ਗੁਰੂ ਜੀ ਸਹਿ ਨਾ ਸਕੇ। ਜਦ ਕੁੱਤੇ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਉਸ ਵੱਲ ਕ੍ਰੋਧ ਨਾਲ ਵੇਖਿਆ ਤੇ ਫਰਮਾਇਆ, ਹੇ ਮਹਾਨ ਦੁਸ਼ਟ ਬ੍ਰਾਹਮਣ, ਜਿਸ ਤਰ੍ਹਾਂ ਤੇਰੇ ਅੱਗੇ ਤੇਰੇ ਵੇਖਦਿਆਂ ਕੁੱਤਾ ਮਰਿਆ ਹੈ, ਹੇ ਮੂਰਖ, ਤੂੰ ਵੀ ਫੌਰਨ ਉਸ ਤਰ੍ਹਾਂ ਹੀ ਵੱਡਾ ਦੁੱਖ ਪਾਵੇਂਗਾ। ਇਸ ਲਈ ਇਹ ਸਮਝ ਲਓ ਕਿ ਤੇਰੇ ਸਰੀਰ ਨੇ ਵੀ ਨਾਸ ਹੋ ਜਾਣਾ ਹੈ। ਜਦ ਗੁਰੂ ਜੀ ਨੇ ਬ੍ਰਾਹਮਣ ਨੂੰ ਇਸ ਤਰ੍ਹਾਂ ਦੇ ਬਚਨ ਕਹੇ ਤਾਂ ਉਸ ਦੇ ਪੇਟ ਵਿੱਚ ਵੀ ਉਸੇ ਵੇਲੇ ਸੂਲ ਉੱਠਿਆ ਤੇ ਤੁਰੰਤ ਮੂਰਛਿਤ ਧਰਤੀ ਤੇ ਡਿੱਗ ਪਿਆ ਅਤੇ ਲੇਟਿਆ ਹੋਇਆ ਹਾਏ ਹਾਏ ਕਰਦਾ ਦੁਖੀ ਹੋ ਕੇ ਚੀਖਾਂ ਮਾਰ ਰਿਹਾ ਸੀ। ਇੱਕ ਘੜੀ ਉਸ ਨੂੰ ਸੂਲ ਹੋਇਆ ਜਿਸ ਨੇ ਉਸ ਨੂੰ ਬਹੁਤ ਦੁੱਖ ਦਿੱਤਾ। ਫਿਰ ਹੱਥ ਪੈਰ ਪਸਾਰ ਕੇ ਮਰ ਗਿਆ। ਦੋਵੇਂ ਮਰੇ ਹੋਏ ਵੇਖ ਕੇ ਸਾਰੇ ਬਹੁਤ ਹੈਰਾਨ ਹੋਏ ਅਤੇ ਕਹਿੰਦੇ ਹਨ, ਪ੍ਰਭੂ ਨੇ ਹਿੱਤ ਧਾਰ ਕੇ ਬਚਾਇਆ ਹੈ। ਇਸ ਪਾਪੀ ਨੇ ਮਹਾਨ ਕਪਟ ਕੀ ਜਾਣ ਕੇ ਕੀਤਾ ਹੈ। ਸ਼੍ਰੀ ਹਰਗੋਬਿੰਦ ਜੀ ਨੂੰ ਜ਼ਹਿਰ ਪਿਲਾ ਰਿਹਾ ਸੀ ਪਰ ਉਹਨਾਂ ਨੇ ਪੀਤਾ ਨਹੀਂ ਬਲਕਿ ਪੁਕਾਰ ਕੀਤੀ ਹੈ। ਉਹ ਪ੍ਰਭੂ ਦੀ ਅੰਸ਼ ਹਨ ਜਿਨ੍ਹਾਂ ਨੇ ਆ ਕੇ ਇਸ ਦੁਨੀਆ ਵਿੱਚ ਸਰੀਰ ਧਾਰਨ ਕੀਤਾ ਹੈ। ਤੁਹਾਡੇ ਸਪੁੱਤਰ ਵਿੱਚ ਵੱਡੀ ਕਰਾਮਾਤ ਹੈ। ਆਪ ਤੁਸੀਂ ਅਵਤਾਰ ਹੋ ਕੇ ਆਪਣੇ ਵਰਗਾ ਸਪੁੱਤਰ ਪੈਦਾ ਕੀਤਾ ਹੈ। ਜੇ ਕੋਈ ਹੋਰ ਹੁੰਦਾ ਤਾਂ ਇਸ ਨੇ ਮਾਰ ਦੇਣਾ ਸੀ ਤੇ ਉਸ ਨੇ ਬਚ ਨਹੀਂ ਸੀ ਸਕਣਾ। ਸ਼੍ਰੀ ਹਰਗੋਬਿੰਦ ਜੀ ਨੇ ਆਪ ਵੱਡਾ ਯਤਨ ਕੀਤਾ ਹੈ ਅਤੇ ਮਹਾਪਾਪੀ ਨੂੰ ਮਾਰ ਦਿੱਤਾ। ਪਾਪੀ ਹੁਣ ਪਾਪ ਦੀ ਅਗਨੀ ਵਿੱਚ ਸੜਦਾ ਹੈ। ਵੱਡੇ ਭਾਗਾਂ ਸਹਿਤ ਅੱਜ ਨਵਾਂ ਜਨਮ ਹੋਇਆ ਹੈ। ਕਪਟ ਜ਼ਾਹਰ ਹੋ ਗਿਆ ਹੈ। ਮੂਰਖ ਨੂੰ ਕਿਵੇਂ ਪਚ ਸਕਦਾ ਹੈ? ਭਾਵ ਕਪਟ ਲੁਕ ਨਹੀਂ ਸਕਿਆ। ਮਹਾਨ ਦੁਸ਼ਟ ਬੁੱਧੀ ਵਾਲੇ ਨੇ ਪਾਪ ਦੀ ਪਛਾਣ ਨਹੀਂ ਕੀਤੀ। ਬ੍ਰਾਹਮਣ ਦੇ ਘਰ ਜਨਮ ਲੈ ਕੇ ਚੰਡਾਲ ਵਾਲੀ ਕਾਰ ਕੀਤੀ ਹੈ। ਜਿਵੇਂ ਉਸਨੇ ਦੁਸ਼ਟਾਂ ਵਾਲਾ ਕੰਮ ਕੀਤਾ ਹੈ ਉਸ ਦਾ ਕਿਸੇ ਦੇਰ ਬਗੈਰ ਫਲ ਪਾ ਲਿਆ ਹੈ। ਮਹਾਨ ਮੂਰਖਤਾ ਕੀਤੀ ਹੈ। ਪਤਾ ਨਹੀਂ ਇਸ ਨੂੰ ਕਿਸ ਨੇ ਸਿਖਾਇਆ ਹੈ। ਮਰੇ ਹੋਏ ਦੀ ਕਰੂਪ ਸ਼ਕਲ ਵੇਖ ਕੇ ਗੁਰੂ ਜੀ ਨੇ ਇੱਕ ਸ਼ਬਦ ਬਣਾ ਕੇ ਉਸ ਦਾ ਉਚਾਰਨ ਕੀਤਾ। ਭੈਰੋ ਮਹੱਲਾ ਪੰਜਵਾਂ। ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।